ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਸਨਮਾਨਯੋਗ ਸਾਧ ਸੰਗਤ ਜੀਓ, ਅੱਜ ਦਾਸ ਧੰਨ ਸ੍ਰੀ ਜਪਜੀ ਸਾਹਿਬ ਜੀ ਦੇ ਚੱਲ ਰਹੇ ਲੜੀਵਾਰ ਪ੍ਰਸੰਗ ਦੇ ਅੰਦਰ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ, ਇਸ ਦੇ ਉੱਪਰ ਆਪਣੀ ਤਿਲ ਮਾਤਰ ਵਿਚਾਰ ਆਪ ਸਾਰੀਆਂ ਸੰਗਤਾਂ ਦੇ ਨਾਲ ਸਾਂਝਾ ਕਰਦਾ ਹੈਗਾ। ਆਪ ਸਭ ਤੋਂ ਪਹਿਲਾਂ ਨਾ ਆਪਾਂ ਆਦ ਦੀ ਗੱਲ ਕਰਦੇ ਹਾਂ ਕਿ ਵਾਹਿਗੁਰੂ ਜੀ ਆਦ ਦੇ ਵਿੱਚ ਸੱਚ ਸੀ। ਦੇਖੋ ਹੁਣ ਆਦ ਹੈ ਕੀ ਆ, ਜਿਵੇਂ ਆਪਾਂ ਮਨੁੱਖ ਦੇ ਗਿਆਨ 'ਚੋਂ ਦੇਖਦੇ ਹਾਂ ਕਿ ਮਨੁੱਖ ਨੇ ਜਦ ਗਿਣਤੀ ਸ਼ੁਰੂ ਕੀਤੀ ਹੈ ਨਾ, ਇਸ ਗਿਣਤੀ ਨੂੰ ਉੱਪਰ ਤੋਂ ਉੱਪਰ ਲੈਣ ਵਾਸਤੇ ਆਪਾਂ ਜਿਵੇਂ ਦੇਖਦੇ ਹਾਂ ਕਿ ਇਕਾਈ ਦਹਾਈ ਸੈਂਕੜਾ ਹਜ਼ਾਰ 10,000 ਲੱਖ, ਫਿਰ ਲੱਖ ਤੋਂ ਉੱਪਰ ਆਪਾਂ ਕਰੋੜ ਦੀ ਗੱਲ ਕਰਦੇ ਹਾਂ, ਫਿਰ ਅਰਬ ਖਰਬ, ਫਿਰ ਨੀਲ ਪਦਮ ਸੰਖ, ਇੱਥੋਂ ਤੱਕ ਮਨੁੱਖ ਜਿਹੜਾ ਹੈ ਨਾ ਗਿਣਤੀ ਲੈ ਕੇ ਪਹੁੰਚਦਾ ਹੈਗਾ। ਲੇਕਿਨ ਅਗਰ ਆਪਾਂ ਛੋਟੀ ਤੋਂ ਛੋਟੀ ਗੱਲ ਕਰਦੇ ਹਾਂ ਤੇ ਆਪਾਂ ਦੇਖਦੇ ਹਾਂ ਕਿ ਜਿਵੇਂ ਇੱਕ ਤੋਲੇ ਦੀ ਗੱਲ ਕਰ ਲਈਏ ਵੀ ਇੱਕ ਤੋਲੇ ਤੋਂ ਅੱਗੇ ਫਿਰ ਮਾਸਾ ਹੈਗਾ, ਮਾਸੇ ਤੋਂ ਅੱਗੇ ਫਿਰ ਰਤੀਆਂ ਆ ਜਾਂਦੀਆਂ, ਰਤੀ ਤੋਂ ਅੱਗੇ ਫਿਰ ਚਾਵਲ ਆ ਜਾਂਦੇ ਆ, ਚਾਵਲਾਂ ਤੋਂ ਅੱਗੇ ਫਿਰ ਖਸਖਸ ਆ ਜਾਂਦੇ ਆ। ਭਾਵ ਕੀ ਆ, ਛੋਟੀ ਤੋਂ ਛੋਟੀ ਗਿਣਤੀ ਨੂੰ ਤੋੜਿਆ ਜਾਂਦਾ ਹੈਗਾ। ਪਰ ਆਪਾਂ ਹੁਣ ਇਹ ਨਹੀਂ ਇਸ ਗਿਣਤੀ ਦੇ ਹਿਸਾਬ ਨਾਲ ਦੇਖ ਸਕਦੇ ਕਿ ਵਾਹਿਗੁਰੂ ਜੀ ਇੰਨੇ ਸਾਲ ਪਹਿਲਾਂ ਆਦ, ਭਾਵ ਕੀ ਆਦ ਦੀ ਜਿਹੜੀ ਸ਼ੁਰੂਆਤ ਆ ਉਹ ਕਿੰਨੇ ਸਾਲ ਪਹਿਲਾਂ ਹੋਈ ਆ, ਇਹ ਚੀਜ਼ ਮਨੁੱਖ ਦੀ ਪਕੜ ਦੇ ਵਿੱਚ ਨਹੀਂ ਆ ਸਕਦੀ। ਬਸ ਇੰਨਾ ਹੀ ਕਿਹਾ ਜਾ ਸਕਦਾ ਹੈਗਾ ਕਿ ਵਾਹਿਗੁਰੂ ਜੀ ਨੇ ਜਦੋਂ ਇਸ ਸ੍ਰਿਸ਼ਟੀ ਦੀ ਰਚਨਾ ਨਹੀਂ ਕੀਤੀ, ਭਾਵ ਕਿ ਸ੍ਰਿਸ਼ਟੀ ਦੀ ਰਚਨਾ ਦੇ ਆਰੰਭ ਦੇ ਵਿੱਚ ਵੀ ਉਹ ਸ਼ਕਤੀ ਜਿਹੜੀ ਸੀ ਉਹ ਸੱਚ ਆ। ਸੋ ਉਦੋਂ ਵਾਹਿਗੁਰੂ, ਜਿਵੇਂ ਆਪਾਂ ਸ਼ਬਦਾਂ ਦੀ ਖੋਜ ਕਰਕੇ ਦੇਖਦੇ ਹਾਂ ਕਿ ਗੁਰਬਾਣੀ ਕਹਿੰਦੀ ਕਿ ਅਰਬਦ ਨਰਬਦ ਧੰਦੂ ਕਾਰਾ ਧਰਨਾ ਗਗਨਾ ਹੁਕਮ ਪਾਰਾ। ਭਾਵ ਕੀ ਆ, ਅਰਬਦ ਕਹਿੰਦੇ ਆ ਕਰੋੜਾਂ ਦੇ ਹਿਸਾਬ ਨੂੰ, ਜਿਵੇਂ 10 ਕਰੋੜ ਲਾ ਲਓ, ਅਤੇ ਨਰਬਦ ਹੁੰਦੀ ਆ ਇਹ ਤੋਂ ਵੀ ਉਹ ਚੀਜ਼ ਜਿਹੜੀ ਗਿਣਤੀ ਦੇ ਵਿੱਚ ਨਾ ਆ ਸਕੇ। ਭਾਵ ਕੀ ਆ ਕਿ ਜਦੋਂ ਵਾਹਿਗੁਰੂ ਜੀ ਜਿਹੜੇ ਸੀਗੇ ਕਿਸੇ ਗਿਣਤੀ ਵਿੱਚ ਨਹੀਂ ਹੈ, ਭਾਵ ਕੀ ਆ ਧੰਦੂ ਕਾਰਾ, ਜਿਵੇਂ ਆਪਾਂ ਦੇਖ ਲੈਂਦੇ ਕਿ ਘੁੱਪ ਹਨੇਰਾ ਹੈਗਾ, ਘੁੱਪ ਹਨੇਰੇ ਦੇ ਵਿੱਚ ਕੋਈ ਵੀ ਚੀਜ਼ ਜਿਹੜੀ ਹੈ ਨਾ ਉਸ ਦਾ ਸਾਨੂੰ ਗਿਆਨ ਨਹੀਂ ਹੁੰਦਾ ਹੈ। ਇਸੇ ਤਰ੍ਹਾਂ ਆਦ ਦਾ ਜਿਹੜਾ ਗਿਆਨ ਹੈ ਨਾ ਇਹ ਮਨੁੱਖ ਨੂੰ ਨਹੀਂ ਹੋ ਸਕਦਾ, ਕਿਉਂਕਿ ਉਸ ਆਦ ਦੇ ਵਿੱਚ ਵਾਹਿਗੁਰੂ ਜੀ ਹੈ ਨਾ ਆਪਣੇ ਆਪ ਹੀ ਉਹਨਾਂ ਦਾ ਜਿਹੜਾ ਸਰੂਪ ਸੀਗਾ ਨਾ, ਉਸੇ ਹੀ ਸਰੂਪ ਦੇ ਵਿੱਚ ਪਰਮੇਸ਼ਰ ਜੀ ਬਿਰਾਜਮਾਨ ਸੀਗੇ। ਕਿਉਂ? ਨਾ ਤਾਂ ਆਦ ਦੇ ਵਿੱਚ ਧਰਤੀ ਆ, ਨਾ ਆਕਾਸ਼ ਸੀਗਾ, ਔਰ ਨਾ ਧਰਤੀ ਆਕਾਸ਼ ਹੋਣ ਦੇ ਕਾਰਨ ਨਾ ਫਿਰ ਦਿਨ ਸੀ, ਨਾ ਰਾਤ ਸੀ, ਨਾ ਚੰਦ ਸੀ, ਨਾ ਸੂਰਜ ਸੀਗਾ। ਅਤੇ ਫਿਰ ਸੀ ਕੀ? ਕਹਿੰਦੇ ਉਸ ਟਾਈਮ ਵਾਹਿਗੁਰੂ ਜੀ ਆਪਣੇ ਆਪ ਦੇ ਵਿੱਚ ਆਪਣੀ ਸਮਾਧੀ ਦੇ ਅੰਦਰ ਸੁੰਨ ਦੀ ਹਾਲਤ ਦੇ ਵਿੱਚ ਸੱਤ ਚਿੱਤ ਆਨੰਦ ਦੇ ਵਿੱਚ ਬਿਰਾਜਮਾਨ ਸੀਗੇ। ਭਾਵ ਕੀ ਹੈ ਕਿ ਆਪਣੇ ਆਪ ਵਿੱਚ ਵਾਹਿਗੁਰੂ ਜੀ ਬਿਰਾਜਮਾਨ ਸੀਗਾ, ਅਤੇ ਉਸ ਟਾਈਮ ਵਾਹਿਗੁਰੂ ਜੀ ਦਾ ਜਿਹੜਾ ਹੁਕਮ ਸੀਗਾ ਹੈ ਨਾ ਉਹ ਵੀ ਆਪਣੇ ਆਪ ਦੇ ਵਿੱਚ ਹੀ ਬਿਰਾਜਮਾਨ ਸੀਗਾ। ਕਿਉਂ? ਜਦ ਰਚਨਾ ਹੀ ਨਹੀਂ ਹੈ ਤੇ ਫਿਰ ਵਾਹਿਗੁਰੂ ਜੀ ਦਾ ਹੁਕਮ ਕਿਸ 'ਤੇ ਚੱਲਣਾ ਸੀਗਾ ਅਤੇ ਕਿਹਨੇ ਹੁਕਮ ਕਰਨਾ ਸੀ? ਕਿਉਂਕਿ ਵਾਹਿਗੁਰੂ ਜੀ ਆਪਣੇ ਆਪ ਦੇ ਵਿੱਚ ਹੀ ਸੀਗੇ। ਅਤੇ ਉਹਨਾਂ ਟਾਈਮਾਂ 'ਚ ਨਾ ਖਾਣੀ ਸੀ, ਨਾ ਬਾਣੀ ਸੀ, ਨਾ ਪਾਉਣ ਸੀ, ਨਾ ਪਾਣੀ ਸੀ, ਅਤੇ ਨਾ ਉਤਪਤੀ ਸੀ ਅਤੇ ਨਾ ਪਰਲੋ ਸੀ, ਅਤੇ ਨਾ ਖੰਡ ਸੀ, ਨਾ ਪਤਾਲ ਸੀ, ਨਾ ਸਮੁੰਦਰ ਦਰਿਆ, ਨਾ ਸਵਰਗ, ਨਾ ਨਰਕ, ਅਤੇ ਨਾ ਮੌਤ ਨੂੰ ਲਿਆਉਣ ਵਾਲਾ ਜਮਦੂਤ ਸੀਗਾ, ਅਤੇ ਨਾ ਬ੍ਰਹਮਾ ਵਿਸ਼ਨੂੰ ਮਹੇਸ਼, ਨਾ ਨਾਰੀ, ਨਾ ਪੁਰਖ, ਨਾ ਜਾਤ, ਨਾ ਜਨਮ, ਨਾ ਦੁੱਖ, ਨਾ ਸੁੱਖ। ਭਾਵ ਕੀ ਆ, ਧਰਮਾਂ ਦੇ ਜਿਵੇਂ ਜੋਗੀ ਜੰਗਮ ਨਾਮ ਜਪ ਤਪ ਸੰਜਮ, ਇਸ ਤਰ੍ਹਾਂ ਦੀ ਕੋਈ ਵੀ ਜਿਹੜੀ ਕਿਰਿਆ ਸੀ ਹੈ ਨਾ ਇਹ ਨਹੀਂ ਸੀ। ਕਿਉਂ? ਇਹਨੂੰ ਆਦ ਕਹਿ ਦਿੰਦੇ ਸਮਝਣ ਦੇ ਵਾਸਤੇ। ਭਾਵ ਕੀ ਆ ਕਿ ਵਾਹਿਗੁਰੂ ਜੀ ਉਸ ਟਾਈਮ ਆਪਣੇ ਪ੍ਰਗਟ ਅਤੇ ਗੁਪਤ ਰੂਪ ਦੋਨਾਂ ਦੇ ਵਿੱਚ ਹੀ ਆਪਣੇ ਆਪ ਦੇ ਵਿੱਚ ਬਿਰਾਜਮਾਨ ਹੋ ਕੇ ਆਨੰਦ ਦੇ ਵਿੱਚ ਆਪਣੇ ਆਪ ਦੇ ਵਿੱਚ ਹੀ ਵਿਕਸਦੇ ਸੀਗੇ। ਬਸ ਇਸ ਤਰ੍ਹਾਂ ਥੋੜ੍ਹਾ ਜਿਹਾ ਆਪਾਂ ਹੈ ਨਾ ਆਪਾਂ ਸਮਝ ਸਕਦੇ ਹਾਂ ਕਿ ਉਸ ਟਾਈਮ ਪਰਮੇਸ਼ਰ ਆਪ ਸੀਗਾ। ਕਿਉਂ? ਨਾ ਉਦੋਂ ਤੰਤਰ ਸੀ, ਨਾ ਮੰਤਰ ਸੀ, ਨਾ ਪਖੰਡ ਸੀਗੇ, ਨਾ ਵੇਦ ਕਿਤਾਬਾਂ, ਨਾ ਸਿਮਰਤ, ਨਾ ਸ਼ਾਸਤਰ, ਅਤੇ ਨਾ ਜੀਵ, ਨਾ ਆਤਮਾ, ਅਤੇ ਨਾ ਕੋਈ ਜਿੰਦ ਜਾਨ ਸੀਗੀ, ਨਾ ਕਰਮ ਧਰਮ ਦੀ ਨਿੰਦਿਆ ਸੀ, ਅਤੇ ਨਾ ਖੁਸ਼ਾਮਦ ਸੀਗੀ। ਵਾਹਿਗੁਰੂ ਜੀ ਉਸ ਟਾਈਮ ਦੇ ਵਿੱਚ ਆਪਣੇ ਆਪ ਸੀਗੇ। ਇਹ ਹੈ ਇੱਕ ਆਦ ਦਾ ਸਰੂਪ। ਭਾਵ ਕੀ ਹੈ ਕਿ ਉਸ ਟਾਈਮ ਵਾਹਿਗੁਰੂ ਜੀ ਸੀਗੇ ਪਰ ਆਪਣੇ ਆਪ ਦੇ ਵਿੱਚ ਸੀ। ਪਰ ਸੇ ਕਿਵੇਂ ਸੀਗੇ? ਜਿਵੇਂ ਆਪਾਂ ਗੁਰਬਾਣੀ ਕਹਿੰਦੇ ਕਿ ਆਦ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰ।
ਵਾਹਿਗੁਰੂ ਜੀ ਆਪਣੇ ਆਪ ਦੇ ਵਿੱਚ ਆਦਿ ਦੇ ਵਿੱਚ ਪੂਰਨ ਸੀਗੇ। ਹੁਣ ਪੂਰਨ ਕੀ ਚੀਜ਼ ਹੁੰਦੀ ਹੈ? ਪੂਰਨ ਉਹ ਚੀਜ਼ ਹੁੰਦੀ ਹੈ ਜਿਹਦੇ ਵਿੱਚ ਕਦੀ ਤਬਦੀਲੀ ਨਾ ਆਵੇ, ਨਾ ਕਿਸੇ ਯੁੱਗ ਦੇ ਵਿੱਚ ਆਵੇ, ਨਾ ਹੁਣ 'ਚ ਆਵੇ ਅਤੇ ਨਾ ਹੁਣ ਤੋਂ ਬਾਅਦ ਕਿਸੇ ਭਵਿੱਖ ਵਿੱਚ ਆਵੇ। ਭਾਵ ਕੀ ਆ, ਉਹੀ ਸਰੂਪ ਜਿਹੜਾ ਪਰਮੇਸ਼ਰ ਦਾ ਆਪਣੇ ਆਪ ਦੇ ਵਿੱਚ ਆ, ਉਹੋ ਹੀ ਸਰੂਪ ਹਮੇਸ਼ਾ ਉਸੇ ਹੀ ਰੂਪ ਦੇ ਵਿੱਚ ਸਦਾ ਵਿਆਪਕ ਰਹਿੰਦਾ ਹੈਗਾ। ਇਹ ਹੈ ਵਾਹਿਗੁਰੂ ਜੀ ਆਦਿ ਸੱਚ। ਆਦਿ ਦੇ ਵਿੱਚ ਪਰਮੇਸ਼ਰ ਸੱਚ ਹੈ। ਜਿਵੇਂ ਅਸੀਂ ਗੁਰਬਾਣੀ 'ਚ ਦੇਖਦੇ ਹਾਂ ਕਿ ਉਸ ਟਾਈਮ ਵਾਹਿਗੁਰੂ ਦਾ ਜਿਹੜਾ ਰੂਪ ਆਦਿ ਵਿੱਚ ਸੱਚ ਹੈਗਾ, ਅਤੇ ਫਿਰ ਆਦਿ ਦੇ ਵਿੱਚ ਪਰਮੇਸ਼ਰ ਆਪਣੇ ਆਪ ਦੇ ਵਿੱਚ ਗਿਆਨਵਾਨ ਹੈ, ਸਤ ਚਿਤ ਆਨੰਦ ਹੈ। ਇਸੇ ਕਰਕੇ ਗੁਰਬਾਣੀ ਵਿੱਚ ਧੰਨ ਗੁਰੂ ਨਾਨਕ ਸਾਹਿਬ ਦਾ ਜਿਹੜਾ ਸਰਗਣ ਰੂਪ ਪਰਮੇਸ਼ਰ ਦਾ ਉਹਨੂੰ ਬਿਆਨ ਕੀਤਾ ਹੈ ਕਿ ਆਦਿ ਗੁਰ ਹੈ ਨਮੇ, ਕਿ ਵਾਹਿਗੁਰੂ ਜੀ ਜਿਹੜੇ ਆਦਿ ਗੁਰ ਹੈ, ਆਦਿ ਗੁਰ ਹੈ ਕੌਣ? ਧੰਨ ਗੁਰੂ ਨਾਨਕ ਸਾਹਿਬ। ਇਹਨਾਂ ਨੂੰ ਨਮਸਕਾਰ ਕੀਤੀ ਹੈ। ਕਿਉਂ? ਇਹ ਪਰਮੇਸ਼ਰ ਆਪਣੇ ਆਪ ਦੇ ਵਿੱਚ ਆਦਿ ਹੈ, ਆਪਣੇ ਆਪ ਦੇ ਵਿੱਚ ਭਾਵ ਕਿ ਸ਼ਬਦ ਸਰੂਪ ਹੋ ਕੇ ਵਿਆਪਕ ਸੀਗਾ, ਮੌਨ ਨਹੀਂ ਹੈ। ਸ਼ਬਦ ਸਰੂਪ ਹੁੰਦੇ ਸਾਰ ਵੀ ਉਹ ਆਪਣੇ ਆਪ ਦੇ ਵਿੱਚ ਸੁੰਨ ਸਮਾਧ ਦੀ ਹਾਲਤ ਦੇ ਵਿੱਚ ਸਤ ਚਿਤ ਆਨੰਦ ਦੇ ਰੂਪ ਦੇ ਵਿੱਚ ਵਿਆਪਕ ਸੀਗੇ। ਪਰ ਜਦੋਂ ਪਰਮੇਸ਼ਰ ਦੇ ਮਨ ਦੇ ਅੰਦਰ ਫੁਰਨਾ ਆਇਆ ਕਿ ਮੈਂ ਇੱਕ ਤੋਂ ਅਨੇਕ ਹੋ ਜਾਵਾਂ, ਜਿਹਨੂੰ ਕਹਿੰਦੇ ਹੈ ਇੱਛਾ, ਜਦੋਂ ਪਰਮੇਸ਼ਰ ਨੇ ਇੱਛਾ ਜ਼ਾਹਰ ਕੀਤੀ ਆ, ਜਦੋਂ ਵਾਹਿਗੁਰੂ ਜੀ ਇੱਕ ਤੋਂ ਅਨੇਕ ਹੋਏ ਆ, ਉਦੋਂ ਜਗਤ ਰਚਨਾ ਸ਼ੁਰੂ ਹੋਈ ਆ। ਪਰ ਜਗਤ ਰਚਨਾ ਕਦ ਸ਼ੁਰੂ ਹੋਈ ਆ ਇਹ ਨਹੀਂ ਕੋਈ ਦੱਸ ਸਕਦਾ, ਕਿਉਂਕਿ ਵਾਹਿਗੁਰੂ ਨੇ ਕਦ ਸ਼ੁਰੂ ਕੀਤੀ ਇਹ ਨਹੀਂ ਦੱਸ ਸਕਦਾ ਕਿ ਇਹਦੀ ਬਦੌਲਤ ਕੋਈ ਵੀ ਪੰਡਤ, ਸਿਆਣਾ, ਰਿਸ਼ੀ, ਮੁਨੀ, ਤਪਸਵੀ, ਗਿਆਨੀ, ਧਿਆਨੀ, ਭਾਵ ਕਿ ਇਹਦੇ ਬਾਰੇ ਸਾਰੇ ਚੁੱਪ ਹੈ। ਇਸੇ ਕਰਕੇ ਧੰਨ ਗੁਰੂ ਨਾਨਕ ਸਾਹਿਬ ਨੇ ਆਖਿਆ ਕਿ ਰਾਤੀ ਰੁੱਤੀ ਥਿਤੀ ਵਾਰ, ਪੌਣ ਪਾਣੀ ਅਗਣੀ ਪਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਭਾਵ ਕੀ ਹੈ ਕਿ ਪਹਿਲਾਂ ਇਹ ਸਾਰੀ ਕਿਰਿਆ ਬਣਾਈ, ਫਿਰ ਇਹ ਧਰਤੀ ਬਣਾਈ, ਪਰ ਇਹਦੇ ਬਾਬਤ ਕੋਈ ਦੱਸ ਨਹੀਂ ਸਕਦਾ ਕਿ ਵਾਹਿਗੁਰੂ ਨੇ ਰਾਤਾਂ ਕਦੋਂ ਬਣਾਈਆਂ, ਰੁੱਤਾਂ ਕਦੋਂ ਬਣਾਈਆਂ। ਬਸ ਇੱਦਾਂ ਹੈ ਕਿ ਪਰਮੇਸ਼ਰ ਨੇ ਜਦੋਂ ਇਹ ਸ੍ਰਿਸ਼ਟੀ ਦੀ ਰਚਨਾ ਕੀਤੀ, ਇੱਕ ਤੋਂ ਅਨੇਕ ਰੂਪ ਹੋਇਆ, ਤਾਂ ਉਸ ਟਾਈਮ ਵਾਹਿਗੁਰੂ ਜੀ ਨੇ ਸਮਾਂ ਬਣਾਇਆ ਸਾਰਾ, ਜਿਹੜਾ ਕਹਿੰਦੇ ਹੁੰਦੇ ਮਾਇਆ ਦਾ ਸਮਾਂ। ਇਹ ਜਿਹੜਾ ਸਮਾਂ ਟਾਈਮ ਆ ਇਹ ਯੁੱਗਾਂ ਦੇ ਵਿੱਚ ਸ਼ੁਰੂ ਹੋਇਆ, ਕਿਉਂਕਿ ਆਦਿ ਦੇ ਵਿੱਚ ਸਮਾਂ ਨਹੀਂ ਹੁੰਦਾ। ਆਦਿ ਦੇ ਵਿੱਚ ਪਰਮੇਸ਼ਰ ਆਪਣੇ ਆਪ ਹੀ ਹੁੰਦਾ ਹੈਗਾ, ਅਤੇ ਇਹਦੇ ਵਿੱਚ ਫਿਰ ਜਿਹੜਾ ਸਮਾਂ ਹੈ ਨਾ, ਜਿਹੜਾ ਟਾਈਮ ਹੈ, ਇਹ ਯੁੱਗਾਂ ਦੇ ਵਿੱਚ ਵੀ ਸ਼ੁਰੂ ਹੋ ਜਾਂਦਾ ਹੈਗਾ। ਇਸੇ ਕਰਕੇ ਗੁਰਬਾਣੀ ਦੇ ਵਿੱਚ ਇਹ ਸਾਰਾ ਕੁਝ ਜਿਹੜਾ ਹੈ ਨਾ ਬੜੀ ਹੀ ਗਹਿਰਾਈ ਦੇ ਵਿੱਚ ਸਾਨੂੰ ਦੱਸਿਆ ਜਾਂਦਾ ਹੈਗਾ ਕਿ ਪਰਮੇਸ਼ਰ ਨੇ ਕਿਸ ਤਰ੍ਹਾਂ ਇਹ ਸਾਰੀ ਰਚਨਾ ਜਿਹੜੀ ਕੀਤੀ ਆ। ਪਰ ਯੁੱਗਾਂ ਦੇ ਵਿੱਚ ਕਿਉਂਕਿ ਵਾਹਿਗੁਰੂ ਜੀ ਨੇ ਹੈ ਨਾ ਜਿੱਥੇ ਬ੍ਰਹਮਾ ਵਿਸ਼ਨੂੰ ਮਹੇਸ਼ ਬਣਾਇਆ ਹੈਗਾ, ਉੱਥੇ ਮਾਇਆ ਮੋਹ ਵੀ ਵਧਾਈ ਆ। ਖੰਡ, ਬ੍ਰਹਿਮੰਡ, ਦੀਪ, ਪਤਾਲ, ਆਕਾਸ਼, ਭਾਵ ਕੀ ਆ ਕਿ ਇਹ ਕਰੋੜਾਂ ਦੀ ਗਿਣਤੀ ਵਿੱਚ ਪਰਮੇਸ਼ਰ ਨੇ ਬਣਾਤੇ ਆ। ਕਿਉਂ? ਗੁਰਬਾਣੀ ਦੱਸਦੀ ਹੈ ਕਿ ਕਈ ਕੋਟ ਖਾਣੀ ਔਰ ਖੰਡ, ਕਈ ਕੋਟ ਕਾਸ਼ ਬ੍ਰਹਿਮੰਡ, ਕਈ ਕੋਟ ਹੋਏ ਅਵਤਾਰ, ਕਈ ਜੋਤ ਕੀਨੋ ਵਿਸਥਾਰ। ਭਾਵ ਕੀ ਆ, ਇਸ ਵਿਸਥਾਰੇ ਦਾ ਕੋਈ ਅੰਤ ਨਹੀਂ ਕਿ ਉਹਨੇ ਇਸ ਜਿਹੜਾ ਪਸਾਰਾ ਹੈ ਇਹ ਕਿੱਡਾ ਲੰਬਾ ਕਰ ਦਿੱਤਾ ਹੈਗਾ। ਇਹ ਯੁੱਗ ਦੇ ਵਿੱਚ ਸਾਰੀ ਗੱਲ ਹੈ। ਇੱਕ ਤੋਂ ਅਨੇਕ ਹੋ ਜਾਣਾ, ਅਨੇਕ ਦਾ ਮਤਲਬ ਹੈ ਉਹ ਅੰਤ ਤੋਂ ਰਹਿਤ, ਜਿਹਦਾ ਕੋਈ ਅੰਤ ਨਹੀਂ, ਜਿਹਦਾ ਕੋਈ ਪਸਾਰਾ ਨਹੀਂ। ਜਿਵੇਂ ਆਪਾਂ ਦੇਖਦੇ ਹਾਂ ਕਿ ਅੱਜ ਦੀ ਸਾਇੰਸ ਨੇ ਇੱਕ ਦੂਰਬੀਨ ਬਣਾਈ, ਜਿਹੜੀ ਲੇਟੈਸਟ ਸਭ ਤੋਂ ਜਿਹੜੀ ਅੱਜ ਦੀ ਆਧੁਨਿਕ ਦੂਰਬੀਨ ਆ, ਉਹਦੇ ਵਿੱਚ ਇੱਕ ਜਿਹੜਾ ਰੇਸ਼ਾ ਹੈ, ਉਸ ਰੇਸ਼ਾ ਮੱਕੜੀ ਦਾ, ਉਹਨੂੰ ਉਸ ਦੂਰਬੀਨ ਦੀ ਨਜ਼ਰ ਨਾਲ ਤੱਕਿਆ ਕਿ ਇੱਕ ਰੇਸ਼ਾ ਉਹ ਲੱਖਾਂ ਰੇਸ਼ਿਆਂ ਤੋਂ ਬਣਿਆ ਹੈਗਾ, ਪਰ ਉਹਨਾਂ ਲੱਖਾਂ ਰੇਸ਼ਿਆਂ ਦੇ ਵਿੱਚੋਂ ਇੱਕ ਰੇਸ਼ੇ ਨੂੰ ਇਸ ਵਿਦਵਾਨਾਂ ਨੇ ਉਸ ਦੂਰਬੀਨ ਦੇ ਵਿੱਚ ਰੱਖ ਕੇ ਇਹ ਚੀਜ਼ ਕੀਤੀ ਕਿ ਉਹ ਜਿਹੜਾ ਲੱਖਾਂ ਦੇ ਵਿੱਚੋਂ ਇੱਕ ਰੇਸ਼ਾ ਉਹ ਵੀ ਗਾਂ ਲੱਖਾਂ ਰੇਸ਼ਾਂ ਤੋਂ ਬਣਿਆ। ਭਾਵ ਕੀ ਹੈ ਕਿ ਕੋਈ ਅੰਤ ਨਹੀਂ ਹੈ, ਪਰ ਕਿਉਂਕਿ ਜੀਵ ਦ੍ਰਿਸ਼ਟੀ ਹੋਣ ਕਰਕੇ ਇਹ ਜਿਹੜੀ ਖੋਜ ਹੈ ਨਾ ਗਾਂ ਨਜ਼ਰ ਨਹੀਂ ਆਉਂਦੀ ਹੈ। ਇਸ ਕਰਕੇ ਇਹ ਜ਼ਿਆਦਾ ਤੋਂ ਜ਼ਿਆਦਾ ਸੂਖਮ ਹੁੰਦੀ ਹੈ। ਇਸੇ ਕਰਕੇ ਗੁਰਬਾਣੀ ਵਿੱਚ ਪਰਮੇਸ਼ਰ ਨੂੰ ਜਿੱਥੇ ਵੱਡਾ ਆਖਿਆ ਗਿਆ ਹੈ ਨਾ, ਉੱਥੇ ਉਹਨੂੰ ਸੂਖਮ ਵੀ ਆਖਿਆ ਗਿਆ ਕਿ ਸਭ ਤੋਂ ਸੂਖਮ ਵਾਹਿਗੁਰੂ ਜੀ ਆ। ਜਿਵੇਂ ਸਾਨੂੰ ਗੁਰਬਾਣੀ ਨੇ ਦੱਸਿਆ ਹੈਗਾ ਕਿ ਪਰਮੇਸ਼ਰ ਇੰਨੇ ਅਤਿ ਸੂਖਮ ਆ ਕਿ ਇਸ ਬ੍ਰਹਿਮੰਡ ਦੀ ਰਚਨਾ ਦਾ ਇੱਕ ਤੱਤ ਆਪਾਂ ਲੈ ਲੈਂਦੇ ਹਾਂ। ਜੇ ਉਸ ਤੱਤ ਨੂੰ ਸਮੇਰ ਪਰਬਤ ਦੇ ਬਰਾਬਰ ਖੜਾ ਕਰ ਦਈਏ ਤਾਂ ਸਮੇਰ ਪਰਬਤ ਦਾ ਜਿਹੜਾ ਇੱਕ ਛੋਟੀ ਜਿਹੀ ਕਣੀ ਆ,
ਉਹ ਤੋਂ ਵੀ ਪਰਮੇਸ਼ਰ ਸੂਖਮ ਆ। ਭਾਵ ਕੀ ਆ, ਇਹ ਵੀ ਰੇਸ਼ੋ ਨਹੀਂ ਬਣਦੀ, ਇੰਨਾ ਅਤ ਸੂਖਮ ਹੈ। ਇਸੇ ਕਰਕੇ ਮਹਾਂਪੁਰਖਾਂ ਨੇ ਕਿਹਾ ਹੈਗਾ ਕਿ ਵਾਹਿਗੁਰੂ ਨੇ ਜਿਵੇਂ ਇਸ ਜੀਵ ਦੇ ਅੰਦਰ ਬੜਾ ਕੁਛ ਬਣਾਇਆ, ਹੁਣ ਬੁੱਧੀ ਜਿਹੜੀ ਹੈ ਇਹ ਵੀ ਬੜੀ ਸੂਖਮ ਹੈ, ਨਜ਼ਰ ਹੈ, ਸੁਰਤ ਹੈ। ਭਾਵ ਕੀ ਆ ਕਿ ਹਰੇਕ ਚੀਜ਼ ਜਿਹੜੀ ਦੁਰਗੰਧ ਹੈ, ਸੁਗੰਧ ਹੈ, ਇਹ ਸਭ ਸੂਖਮ ਹੈਗੀ ਆ। ਪਰ ਦੇਖੋ ਆਪਾਂ ਜੀਵ ਦੀ ਗੱਲ ਕਰਦੇ ਹਾਂ। ਹੁਣ ਇਹ ਜਿਹੜੀ ਰਸਨਾ ਹੈਗੀ ਆ ਵਾਹਿਗੁਰੂ ਦੀ ਜਿਹੜੇ ਹੈ, ਇਹ ਰਸਨਾ ਦੀ ਪਕੜ ਦੇ ਵਿੱਚ ਹੀ ਨਹੀਂ ਆ ਸਕਦੇ। ਕਿਉਂ? ਕਿਉਂਕਿ ਉਹ ਸ਼ਕਤੀ ਸਵਾਦ ਤੋਂ ਪਰੇ ਹੈ, ਸਵਾਦ ਤੋਂ ਬਿਆਨ ਨਹੀਂ ਕੀਤੀ ਜਾ ਸਕਦੀ ਕਿ ਉਹ ਪਰਮੇਸ਼ਰ ਦਾ ਟੇਸਟ ਕਿਹੋ ਜਿਹਾ ਹੈ। ਲੇਕਿਨ ਨਾ ਤਾਂ ਫਿਰ ਉਹ ਕੰਨਾਂ ਤੋਂ ਪਰੇ ਹੈ। ਕਿਉਂ? ਉਸਤਤ ਨਿੰਦਾ ਤੋਂ ਬਾਹਰ ਜਿਹੜੀ ਹੈ ਨਾ, ਉਹ ਵਾਹਿਗੁਰੂ ਦੀ ਜਿਹੜੀ ਵਡਿਆਈ ਹੈ, ਉਹ ਵਡਿਆਈ ਦੇ ਵਿੱਚ ਵੀ ਨਹੀਂ ਆਉਂਦਾ ਹੈ। ਨਾ ਤਾਂ ਉਹਦੀ ਉਸਤਤ ਕਰ ਸਕਦੇ ਹਾਂ ਅਤੇ ਨਾ ਨਿੰਦਾ ਕਰ ਸਕਦੇ ਹਾਂ, ਕਿਉਂਕਿ ਇਹ ਉਸਤਤ ਨਿੰਦਾ ਤੋਂ ਪਰੇ ਹੈ ਪਰਮੇਸ਼ਰ। ਇਸੇ ਕਰਕੇ ਇਹ ਨਾਸਕਾ ਦੀ ਪਕੜ ਤੋਂ ਵੀ ਪਰੇ ਹੈ। ਨਾ ਜੀਵ ਗੰਦੀ ਨਾ ਸੁਗੰਧੀ, ਇਹਦੇ ਵਿੱਚ ਵੀ ਅੰਦਾਜ਼ਾ ਨਹੀਂ ਲਾ ਸਕਦਾ। ਅਤੇ ਨੈਣਾਂ ਦੇ ਧਿਆਨ ਤੋਂ ਵੀ ਪਰੇ ਹੈ। ਕਿਉਂ? ਪਰਮੇਸ਼ਰ ਦਾ ਕੋਈ ਵਰਨ ਚਰਨ, ਕੋਈ ਰੂਪ ਰੰਗ ਰੇਖ ਨਹੀਂ ਹੈ। ਇਸੇ ਕਰਕੇ ਇਹ ਨਜ਼ਰ ਤੋਂ ਵੀ ਪਰੇ ਹੈ। ਭਾਵ ਕੀ ਆ ਕਿ ਰੱਬ ਜਿਹੜਾ ਹੈ ਨਾ, ਇਹ ਬਿਨਾਂ ਆਸਰੇ ਤੋਂ ਹੈ, ਪਰ ਅਸੀਂ ਜਾਂ ਜਿਹੜੀ ਮਾਇਆ ਹੈਗੀ ਇਹ ਆਸਰੇ ਵਾਂਗੂ ਹੈ। ਕਿਉਂਕਿ ਵਾਹਿਗੁਰੂ ਬਿਨਾਂ ਆਸਰੇ ਹੋਣ ਦੇ ਬਾਵਜੂਦ ਵੀ ਸਾਰੇ ਧਰਤੀ ਆਕਾਸ਼ ਪਤਾਲ ਦੇ ਵਿੱਚ ਹੈ ਨਾ, ਪੂਰਨ ਰੂਪ ਦੇ ਵਿੱਚ ਉਹ ਵਿਆਪਕ ਹੈਗਾ, ਖੰਡੇ ਵਾਂਗੂ। ਪਰ ਮਾਇਆ ਜਿਹੜੀ ਹੈ ਇਹ ਆਸਰੇ 'ਤੇ ਨਿਰਭਰ ਕਰਦੀ ਹੈ, ਚੰਡੀ ਵਾਂਗ। ਇਸ ਕਰਕੇ ਮਹਾਂਪੁਰਖਾਂ ਨੇ ਹੈ ਨਾ ਬੜਾ ਪਰਮੇਸ਼ਰ ਦੇ ਬਾਰੇ ਸਾਨੂੰ ਸਮਝਾਉਣ ਦਾ ਯਤਨ ਕੀਤਾ ਹੈਗਾ ਕਿ ਉਹ ਸ਼ਕਤੀ ਜਿੱਥੇ ਆਦਿ ਦੇ ਵਿੱਚ ਵੀ ਸੱਚ ਸੀ, ਤਾਂ ਉਹ ਸ਼ਕਤੀ ਜੁਗਾਦ ਦੇ ਵਿੱਚ ਵੀ ਸੱਚ ਹੈ। ਭਾਵ ਕੀ ਹੈ, ਯੁੱਗਾਂ ਦੀ ਗਿਣਤੀ ਜਿਵੇਂ ਮਹਾਂਪੁਰਖਾਂ ਨੇ ਕੀਤੀ ਹੈ ਕਿ ਸਭ ਤੋਂ ਵੱਡੀ ਜਿਹੜੀ ਗਿਣਤੀ ਹੈ ਉਹ ਸਤਯੁਗ ਦੀ ਮਹਾਂਪੁਰਖ ਦੱਸਦੇ ਆ, ਅਤੇ ਉਸ ਤੋਂ ਬਾਅਦ ਫਿਰ ਤ੍ਰੇਤਾ ਯੁੱਗ, ਉਹ ਤੋਂ ਘੱਟ ਉਮਰ ਦਾ ਦੱਸਿਆ। ਇਸੇ ਤਰ੍ਹਾਂ ਦੁਆਪਰ ਅਤੇ ਫਿਰ ਕਲਯੁੱਗ। ਪਰ ਇਹਨਾਂ ਯੁੱਗਾਂ ਦੇ ਵਿੱਚ ਵੀ ਪਰਮੇਸ਼ਰ ਉਸੇ ਤਰ੍ਹਾਂ ਸੱਤ ਆ ਜਿਵੇਂ ਆਦਿ ਦੇ ਵਿੱਚ ਸੱਚ ਹੈ। ਇਸੇ ਤਰ੍ਹਾਂ ਇਸ ਯੁੱਗਾਂ ਤੋਂ ਬਾਅਦ ਹੁਣ ਦਾ ਜਿਹੜਾ ਵਰਤਮਾਨ ਸਮਾਂ ਹੈ, ਜਿਹੜਾ ਯੁੱਗਾਂ ਦੇ ਵਿੱਚ ਚੱਲ ਰਿਹਾ ਹੈਗਾ, ਕਿਉਂਕਿ ਯੁੱਗ ਹੈ ਤਾਂ ਸਮਾਂ ਹੈ, ਅਗਰ ਸਮਾਂ ਨਹੀਂ ਤਾਂ ਫਿਰ ਯੁੱਗ ਵੀ ਨਹੀਂ ਹੈ। ਯੁੱਗ ਦਾ ਮਤਲਬ ਹੁੰਦੀ ਹੈ ਯੁਕਤੀ, ਸਿਆਣਪ ਵਾਹਿਗੁਰੂ ਦੀ, ਜਿਹਦੇ ਵਿੱਚ ਇਹ ਸਾਰੀ ਰਚਨਾ ਜਿਹੜੀ ਹੈ ਨਾ, ਮਾਇਆ ਦਾ ਰੰਗ ਤਮਾਸ਼ਾ ਇਹ ਚੱਲ ਰਿਹਾ ਹੈਗਾ। ਚਾਹੇ ਇਹ ਜੜ ਦੇ ਰੂਪ 'ਚ ਚੱਲ ਰਿਹਾ, ਚਾਹੇ ਚੇਤਨ ਦੇ ਰੂਪ ਦੇ ਵਿੱਚ ਚੱਲ ਰਿਹਾ ਹੈਗਾ। ਪਰ ਇਹ ਜੋ ਤਮਾਸ਼ਾ ਚੱਲ ਰਿਹਾ ਹੈਗਾ, ਇਸ ਤਮਾਸ਼ੇ ਦੇ ਵਿੱਚ ਵੀ ਪਰਮੇਸ਼ਰ ਇਹਨਾਂ ਰੰਗ ਬਰੰਗੇ ਤਮਾਸ਼ਿਆਂ ਦੇ ਨੂੰ ਪੈਦਾ ਕਰਕੇ ਇਹਨਾਂ ਦੇ ਵਿੱਚ ਆਪ ਹੀ ਵਿਚਰ ਰਿਹਾ ਹੈ ਅਤੇ ਆਪ ਹੀ ਇਸ ਤੋਂ ਅਲੱਗ ਹੈ। ਆਪ ਹੀ ਖੇਡ ਰਿਹਾ ਹੈ ਇਹਨਾਂ ਖੇਡਾਂ ਦੇ ਨਾਲ, ਅਤੇ ਆਪ ਹੀ ਇਸ ਖੇਡ ਤੋਂ ਪਰੇ ਹੋ ਕੇ ਇਸ ਖੇਡ ਨੂੰ ਦੇਖ ਰਿਹਾ ਹੈ। ਬਸ ਇਹ ਸਾਰਾ ਅਚੰਭਾ ਉਸ ਸ਼ਕਤੀ ਦੇ ਵਿੱਚ ਚੱਲਦਾ ਹੈਗਾ। ਇਸੇ ਕਰਕੇ ਉਸ ਨੂੰ ਭੇਦ ਤੋਂ ਰਹਿਤ ਕਿਹਾ ਜਾਂਦਾ ਹੈਗਾ। ਕਿਉਂ? ਜਿਨ੍ਹਾਂ ਗੁਰਮੁਖਾਂ ਨੇ ਜਾਂ ਜਿਨ੍ਹਾਂ ਗੁਰਸਿੱਖਾਂ ਨੇ ਜ਼ਿਆਦਾ ਖੋਜ ਕੀਤੀ ਆ, ਉਹਨਾਂ ਨੂੰ ਜਾਪ ਸਾਹਿਬ ਦੀ ਬਾਣੀ ਦੇ ਅੰਦਰ ਵਾਹਿਗੁਰੂ ਦੇ ਜੋ ਦੱਸੇ ਗੁਣ ਕਲਗੀਧਰ ਮਹਾਰਾਜ ਨੇ ਹੈ, ਉਹਨਾਂ ਨੂੰ ਦੇਖ ਦੇਖ ਕੇ ਗੁਰਸਿੱਖ ਜਿਹੜੇ ਹੈਰਾਨ ਤਾਂ ਹੋ ਰਹੇ, ਨਾਲੇ ਵਾਹਿਗੁਰੂ ਜੀ ਨੇ, ਕਿਉਂਕਿ ਇਸੇ ਕਰਕੇ ਇੱਕ ਇੱਕ ਅੱਖਰ ਦੇ ਅੱਗੇ ਕਲਗੀਧਰ ਮਹਾਰਾਜ ਨੇ ਨਮਸਕਾਰ ਕੀਤੀ ਹੈ। ਕਿਉਂ? ਬਸ ਉਸ ਸ਼ਕਤੀ ਦੇ ਅੱਗੇ ਨਮਸਕਾਰ ਹੀ ਸਭ ਤੋਂ ਵੱਡਾ ਇਸ ਜੀਵ ਦਾ ਕਰਮ ਬਣ ਜਾਂਦਾ ਹੈਗਾ, ਉਹਦੇ ਅੰਦਰ ਵਿਛ ਜਾਂਦਾ ਹੈ। ਕਿਉਂ? ਉਹਦੀ ਮਹਿਮਾ ਪਰਮੇਸ਼ਰ ਦੀ ਪਕੜ ਦੇ ਵਿੱਚ ਨਹੀਂ ਆਉਂਦੀ। ਪਰ ਦੇਖੋ ਕਿੰਨੇ ਗੁਣ ਜਿਹੜੇ ਹੈ ਨਾ ਜਾਪ ਸਾਹਿਬ ਦੇ ਵਿੱਚ ਕਲਗੀਧਰ ਮਹਾਰਾਜ ਨੇ ਬਿਆਨ ਕੀਤੇ ਆ, ਅਤੇ ਜੇ ਇੱਕ ਇੱਕ ਗੁਣ ਨੂੰ ਅਸੀਂ ਫੜੀਏ ਤਾਂ ਉਸ ਇੱਕ ਗੁਣ ਦੇ ਵਿੱਚੋਂ ਫਿਰ ਅਨੇਕਾਂ ਗੁਣ ਪੈਦਾ ਹੋ ਜਾਂਦੇ ਆ। ਉਹ ਪੈਦਾ ਹੋਏ ਗੁਣਾਂ ਦੇ ਵਿੱਚੋਂ ਫਿਰ ਇੱਕ ਨੂੰ ਫੜੀਏ, ਫਿਰ ਉਹਦੇ ਵਿੱਚੋਂ ਅਨੇਕਾਂ, ਫਿਰ ਇਸ ਤਰ੍ਹਾਂ ਅੱਗੇ ਤੋਂ ਅੱਗੇ ਇਹ ਖੇਡ ਰਚਨਾ ਚੱਲਦੀ ਰਹਿੰਦੀ ਆ। ਇਸੇ ਕਰਕੇ ਨਾ ਵਾਹਿਗੁਰੂ ਜੀ ਨੂੰ ਗੁਰਬਾਣੀ ਦੇ ਵਿੱਚ ਦੱਸਿਆ ਕਿ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ। ਵਾਹਿਗੁਰੂ ਜੀ ਅਪਰੰਪਰ ਹੈ, ਭਾਵ ਕਿ ਉਹਦੀ ਖੇਡ ਤਮਾਸ਼ਾ ਪਰੇ ਤੋਂ ਪਰੇ ਹੈ। ਕਿਉਂ? ਅੰਤ ਕੋਈ ਨਹੀਂ। ਇਸੇ ਕਰਕੇ ਕਿਹਾ ਹੈ ਕਿ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ, ਤੁਧ ਜੇਵਡ ਅਪਰ ਨਾ ਕੋਈ, ਕਿ ਤੇਰੇ ਜਿੱਡਾ ਕੋਈ ਨਹੀਂ ਹੈਗਾ। ਇਸੇ ਕਰਕੇ ਗੁਰਬਾਣੀ ਜੀ ਕਿਹਾ ਹੈ ਕਿ ਸੁਣ ਵੱਡਾ ਆਖੇ ਸਭ ਕੋਈ, ਕਿ ਸੁਣ ਕੇ ਤਾਂ ਹਰੇਕ ਕੋਈ ਆਖਦਾ ਕਿ ਪਰਮੇਸ਼ਰ ਬਹੁਤ ਵੱਡਾ। ਕੇਵਡ ਵੱਡਾ, ਕਿੰਨਾ ਕੁ ਵੱਡਾ ਡੀਠਾ ਹੋਏ, ਕਹਿੰਦੇ ਕਿਸੇ ਨੇ ਦੇਖਿਆ। ਭਾਵ ਕੀ ਆ, ਕੋਈ ਨਹੀਂ ਦੇਖ ਸਕਦਾ। ਕਿਉਂ? ਅਗਰ ਕਿਸੇ ਨੇ ਯਤਨ ਵੀ ਕੀਤਾ ਹੈ, ਜਿਵੇਂ ਬ੍ਰਹਮੇ ਵਰਗ ਜਿਹੜੇ ਦੇਵਤੇ ਹੋਏ ਆ, ਜਿਵੇਂ ਭਾਈ ਗੁਰਦਾਸ ਜੀ ਨੇ ਦੱਸਿਆ ਕਿ ਬ੍ਰਹਮਾ ਵੱਡਾ ਖਾਇਂਦਾ ਨਾਭ ਕਮਲ ਕੀ ਨਾੜ ਸਮਾਨਾ,
ਕਿ ਉਹ ਕਮਲ ਦੀ ਨਾੜੀ ਦੇ ਵਿੱਚ ਹੀ ਉਹਦੀ ਜਿਹੜੀ ਸੁਰਤ ਸੀਗੀ ਖੋਜ, ਉਹਦੇ ਵਿੱਚ ਹੀ ਜਦੋਂ ਉਹਨੇ ਇਸੇ ਹੀ ਖੋਜ ਦੇ ਵਿੱਚ ਆਪਣੇ ਕਈ ਯੁੱਗ ਕੱਢ ਦਿੱਤੇ, ਪਰ ਇਸ ਖੋਜ ਦਾ ਹੀ ਉਹਦੇ ਕੋਲ ਅੰਤ ਨਹੀਂ ਹੋਇਆ। ਉਹ ਆਪਣੀ ਖੋਜ ਦੇ ਵਿੱਚ ਆਪ ਹੀ ਫਸ ਗਿਆ ਹੈਗਾ। ਭਾਵ ਕੀ ਆ, ਕੋਈ ਵੀ ਖੋਜ ਜਿਹੜੀ ਆ ਨਾ ਇਸ ਬੁੱਧੀ ਦੀ ਪਕੜ ਦੇ ਵਿੱਚ ਨਹੀਂ ਆ ਸਕਦੀ। ਇਹ ਨਹੀਂ ਕੋਈ ਕਹਿ ਸਕਦਾ ਕਿ ਇਹ ਜੀਵ ਇੱਥੋਂ ਚੱਲਿਆ ਅਤੇ ਇੱਥੇ ਖਤਮ ਹੋ ਗਿਆ, ਇੱਥੋਂ ਬਣਿਆ ਅਤੇ ਇੱਥੇ ਆ ਗਿਆ। ਕਿਉਂ? ਇਹ ਸਾਰੀਆਂ ਹੀ ਜਿਹੜੀਆਂ ਗੱਲਾਂ ਹੈਗੀਆਂ ਹਨ ਇਹ ਬੁੱਧੀ ਤੋਂ ਪਰੇ ਹੈ। ਇਸੇ ਕਰਕੇ ਗੁਰਬਾਣੀ ਦੇ ਵਿੱਚ ਵਾਹਿਗੁਰੂ ਨੇ ਇਹ ਆਖਿਆ ਕਿ ਤੂੰ ਆਦਿ ਪੁਰਖ ਪਰੰਪਰ ਕਰਤਾ ਜੀ, ਤੂੰ ਜੇਵੜ ਅਵਰ ਨਾ ਕੋਈ, ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ, ਤੂੰ ਨਿਹਚਲ ਕਰਤਾ ਸੋਈ। ਕਿਉਂਕਿ ਜੋ ਵੀ ਤੂੰ ਕਰਦਾ ਹੈ ਨਾ ਉਹ ਨਿਹਚਲ ਹੈ। ਨਿਹਚਲ ਦਾ ਭਾਵ ਕੀ ਹੁੰਦਾ ਹੈ ਕਿ ਉਹ ਚੀਜ਼ ਜਿਹਦੇ ਵਿੱਚ ਦੂਸਰੇ ਦਾ ਕੋਈ ਹੁਕਮ ਨਹੀਂ ਹੈ, ਦੂਸਰੇ ਦਾ ਉਹਦੇ ਵਿੱਚ ਕੋਈ ਦਖਲ ਨਹੀਂ ਹੈ। ਅਗਰ ਦਖਲ ਨਹੀਂ ਹੈ ਤਾਂ ਉਹ ਉਹਦੀ ਸਮਝ ਤੋਂ ਵੀ ਪਰੇ ਹੈ ਕਿ ਇਹ ਕਿਸ ਤਰ੍ਹਾਂ ਹੁੰਦੀ ਹੈ। ਜਿਵੇਂ ਅਸੀਂ ਦੇਖ ਲਈਏ ਕਿ ਹਵਾ ਹੈ, ਅਗਰ ਕੋਈ ਕਹੇ ਵੀ ਇਹ ਹਵਾ ਕਿੱਥੋਂ ਬਣੀ ਹੈ, ਕਿੱਥੋਂ ਆਉਂਦੀ ਆ, ਪਾਣੀ ਕਿੱਥੋਂ ਆਇਆ, ਕਿਵੇਂ ਬਣਿਆ, ਇਹ ਕਦ ਰਹੂਗਾ, ਕਦ ਨਹੀਂ ਹੋਊਗਾ, ਇਹ ਜਿਹੜੇ ਹੈ ਨਾ ਪ੍ਰਸ਼ਨ ਉੱਤਰ ਹੈਗੇ ਆ, ਇਹ ਕੇਵਲ ਅਤੇ ਕੇਵਲ ਇੱਕ ਝਮੇਲਾ ਹੈਗਾ। ਇਹ ਸਾਰੀ ਕਿਰਿਆ ਜਿਹੜੀ ਹੈ ਨਾ ਇਹਦੇ ਵਿੱਚ ਇਸ ਜੀਵ ਦਾ ਸਾਰਾ ਟਾਈਮ ਵਿਅਰਥ ਹੋ ਜਾਂਦਾ। ਕਿਉਂ? ਕਿਉਂਕਿ ਇਹ ਮੂਰਖਾਂ ਦੀ ਟੋਲੀ ਦੀ ਬੋਲੀ ਹੁੰਦੀ ਹੈ। ਸੋ ਜਿਹੜੇ ਗੁਰਮੁਖ ਪਿਆਰੇ ਉਹਨਾਂ ਵਾਸਤੇ ਕੇਵਲ ਅਤੇ ਕੇਵਲ ਵਾਹਿਗੁਰੂ ਦੀ ਰਚਨਾ ਦੇ ਅੱਗੇ ਨਮਸਕਾਰ ਹੈ। ਇਸੇ ਕਰਕੇ ਜਾਪ ਸਾਹਿਬ ਦੇ ਅੰਦਰ ਕਲਗੀਧਰ ਮਹਾਰਾਜ ਨੇ ਵਾਰ-ਵਾਰ ਹਰੇਕ ਸ਼ਬਦ ਦੇ ਅੱਗੇ ਨਮਸਕਾਰ, ਨਮਸਤਿੰਗ 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 ਹੀ ਆਖਿਆ ਹੈਗਾ। ਬਸ ਇਹੋ ਹੀ ਪਰਮੇਸ਼ਰ ਦੀ ਖੁਸ਼ੀ ਹੈ ਜੀਵ ਵਾਸਤੇ। ਕਿਉਂ? ਜੀਵ ਨੇ ਜਦ ਭੌਰੇ ਵਾਂਗੂ ਕਿਸੇ ਫੁੱਲ ਦੇ ਕੋਲ ਜਾਣਾ ਹੈ, ਉਹਨੇ ਫੁੱਲ ਦੇ ਉੱਤੇ ਬੈਠ ਕੇ ਕੇਵਲ ਮਹਿਕ ਹੀ ਲੈਣੀ ਆ, ਪਰ ਫੁੱਲ ਉੱਤੇ ਬੈਠ ਕੇ ਇਹ ਨਹੀਂ ਸੋਚਣਾ ਕਿ ਇਹ ਫੁੱਲ ਕਿੱਥੋਂ ਆਇਆ, ਇਹਦੇ ਵਿੱਚ ਕਿੰਨੇ ਰੰਗ ਭਰੇ ਆ, ਅਤੇ ਇਹ ਫੁੱਲ ਮੇਰੇ ਜਾਣ ਤੋਂ ਬਾਅਦ ਸੁੱਕ ਜਾਏਗਾ ਕਿ ਨਹੀਂ ਸੁੱਕੇਗਾ, ਕੀ ਹੋਵੇਗਾ ਕੀ ਨਹੀਂ ਹੋਵੇਗਾ। ਇਸ ਕਰਕੇ ਪਰਮੇਸ਼ਰ ਦੀ ਰਚਨਾ ਜਿਹੜੀ ਹੈ ਇਹ ਜਦੋਂ ਜਗਾਦ ਤੋਂ ਸ਼ੁਰੂ ਹੋਈ ਆ, ਲੇਕਿਨ ਅਗਲੇ ਜੋ ਹਿੱਸਾ ਹੈ ਭਵਿੱਖ ਦਾ, ਉਹਦੇ ਵਿੱਚ ਇਹ ਰਚਨਾ ਰਹੇਗੀ ਜਾਂ ਨਹੀਂ ਰਹੇਗੀ, ਜਾਂ ਇਹਦਾ ਕਦ ਦੀ ਐਂਡ ਹੋਏਗਾ, ਇਹਦੇ ਬਾਰੇ ਕੋਈ ਨਹੀਂ ਦੱਸ ਸਕਦਾ। ਕਿਉਂ? ਜਾਂ ਕਰਤਾ ਸ੍ਰਿਸ਼ਟੀ ਕੋ ਸਾਜੇ, ਜਿਨਨੇ ਇਹ ਸ੍ਰਿਸ਼ਟੀ ਪਾਈ ਆ ਉਹ ਆਪੇ ਜਾਣਿਆ, ਆਪ ਹੀ ਜਾਣਦਾ ਕਿ ਮੈਂ ਕਦੋਂ ਸ਼ੁਰੂ ਕੀਤੀ ਹੈ ਅਤੇ ਕਦੋਂ ਇਹਦਾ ਦੀ ਐਂਡ ਕਰਨਾ ਹੈ ਸ੍ਰਿਸ਼ਟੀ ਦਾ। ਭਾਵ ਕਿ ਕਦੋਂ ਮਹਾਪਰਲ ਦੇ ਰੂਪ ਦੇ ਵਿੱਚ ਸ੍ਰਿਸ਼ਟੀ ਨਾਸ਼ ਕਰਨੀ ਹੈ। ਇਹ ਚੀਜ਼ਾਂ ਇਸ ਜੀਵ ਦੇ ਹੱਥ ਵਿੱਚ ਨਹੀਂ ਹੈ। ਪਰ ਗੁਰਬਾਣੀ ਦੇ ਵਿੱਚ ਇਹ ਚੀਜ਼ ਜ਼ਰੂਰ ਆਖੀ ਗਈ ਹੈ ਕਿ ਕਈ ਵਾਰ ਪਸਰਿਓ ਪਸਾਰ, ਕਿ ਇਹ ਜਿਹੜੀ ਰਚਨਾ ਹੈ ਨਾ ਸ੍ਰਿਸ਼ਟੀ ਆ ਜਾਂ ਯੁੱਗਾਂ ਦੀ ਖੇਡ ਹੈ, ਇਹ ਕਈ ਵਾਰ ਪਰਮੇਸ਼ਰ ਨੇ ਬਣਾਈ ਆ। ਭਾਵ ਕੀ ਹੈ ਕਿ ਇਹ ਜੋ ਹੁਣ ਦਾ ਸਮਾਂ ਚੱਲ ਰਿਹਾ ਹੈ, ਬੀਤਿਆ ਸਮਾਂ ਜਾਂ ਅੱਗੇ ਆਉਣ ਵਾਲਾ ਸਮਾਂ ਹੈਗਾ, ਇਹ ਤਾਂ ਇਹਨਾਂ ਯੁੱਗਾਂ ਦੇ ਵਿੱਚ ਹੀ ਚੱਲੇਗਾ। ਪਰ ਯੁੱਗਾਂ ਤੋਂ ਬਾਅਦ ਇਹ ਜੋ ਪਸਾਰਾ ਹੈ ਨਾ, ਇਹ ਕਈ ਵਾਰ ਵਾਹਿਗੁਰੂ ਜੀ ਨੇ ਇਸ ਪਸਾਰੇ ਨੂੰ ਪਸਰ ਦਿੱਤਾ। ਭਾਵ ਕੀ ਆ ਕਿ ਇਹਨੂੰ ਖਿਲਾਰਿਆ ਵੀ ਆ ਅਤੇ ਇਹਨੂੰ ਖਤਮ ਵੀ ਕੀਤਾ, ਲੈ ਵੀ ਕੀਤਾ ਹੈਗਾ ਵਾਹਿਗੁਰੂ ਨੇ, ਅਤੇ ਇਹਨੂੰ ਪੈਦਾ ਵੀ ਕਰਨ ਵਾਲੀ ਉਹੀ ਸ਼ਕਤੀ ਹਮੇਸ਼ਾ ਕੰਮ ਕਰਦੀ ਹੈ। ਇਸੇ ਕਰਕੇ ਗੁਰਬਾਣੀ ਜਾ ਕੇ ਕਈ ਵਾਰ ਪਸਰਿਓ ਪਸਾਰ, ਕਿ ਇਹ ਪਸਾਰਾ ਬਹੁਤ ਵਾਰੀ ਹੋ ਚੁੱਕਾ ਹੈ। ਉਦੋਂ ਆਦਿ ਵੀ ਹੋਇਆ, ਜਗਾਦ ਵੀ ਹੋਇਆ, ਅਤੇ ਆਹ ਜਿਹੜਾ ਸਮਾਂ ਇਹ ਵੀ ਅਤੇ ਅੱਗੇ ਦਾ ਵੀ। ਪਰ ਉਹਦੇ ਵਿੱਚ ਕੀ ਆ? ਸਦਾ ਸਦਾ ਇੱਕ ਓਂਕਾਰ ਆ, ਸਦਾ ਸਦਾ ਵਾਹਿਗੁਰੂ ਇੱਕੋ ਹੀ ਰੂਪ ਦੇ ਵਿੱਚ ਚੱਲਦਾ ਹੈਗਾ। ਭਾਵ ਕੀ ਆ? ਬਾਕੀ ਸਾਰਾ ਕੁਛ ਦੇ ਵਿੱਚ ਚੀਜ਼ ਜਿਹੜੀ ਜਨਮ ਹੁੰਦਾ ਉਹਦੀ ਮੌਤ ਵੀ ਹੈ, ਜਿਹੜੀ ਚੀਜ਼ ਪੈਦਾ ਹੁੰਦੀ ਉਹਦੀ ਮਿਟਦੀ ਵੀ ਹੈ। ਜੇ ਮਾਇਆ ਵਾਹਿਗੁਰੂ ਨੇ ਬਣਾਈ ਹੈ ਅਤੇ ਮਾਇਆ ਦਾ ਦੀ ਐਂਡ ਵੀ ਬਣਾਇਆ ਹੈਗਾ। ਜੇ ਕਾਲ ਬਣਾਇਆ ਹੈਗਾ ਅਤੇ ਕਾਲ ਦਾ ਦੀ ਐਂਡ ਵੀ ਬਣਾਇਆ। ਪਰ ਪਰਮੇਸ਼ਰ ਆਪ ਅਕਾਲ ਹੈ। ਉਹ ਸ਼ਕਤੀ ਜਿਸ ਰੂਪ ਦੇ ਵਿੱਚ ਹੈ ਉਸੇ ਰੂਪ ਦੇ ਵਿੱਚ ਹਮੇਸ਼ਾ ਰਹਿੰਦੀ ਹੈ। ਪਰ ਉਹਦਾ ਜੋ ਅਸਲ ਸਰੂਪ ਹੈ ਸਤ ਚਿੱਤ ਆਨੰਦ, ਉਸੇ ਹੀ ਮੌਜ ਦੇ ਵਿੱਚ ਵਿਚਰਦੀ ਹੈ। ਪਰ ਹਾਂ, ਜਿਹੜੇ ਰੱਬ ਦੇ ਪਿਆਰੇ ਆ, ਜਦੋਂ ਪਰਮੇਸ਼ਰ ਸਾਰੇ ਯੁੱਗਾਂ ਦੀ ਖੇਡ ਖੇਡ ਕੇ ਮੁੜ ਕੇ ਫਿਰ ਆਦਿ ਦੇ ਵਿੱਚ ਆਉਂਦਾ ਹੈ, ਅਤੇ ਉਸ ਟਾਈਮ ਜਿਹੜੇ ਵਾਹਿਗੁਰੂ ਜੀ ਦੇ ਪਿਆਰੇ ਆ ਉਹ ਪਰਮੇਸ਼ਰ ਦੀ ਗੋਦ ਦੇ ਵਿੱਚ ਉਸ ਆਨੰਦ ਦੇ ਵਿੱਚ ਗਵਾਚ ਜਾਂਦੇ ਵਾਹਿਗੁਰੂ ਦੇ ਵਿੱਚ। ਬਸ ਉਸ ਟਾਈਮ ਵਾਹਿਗੁਰੂ ਦੇ ਪਿਆਰੇ ਇੱਕ ਰੂਪ ਹੋ ਗਏ। ਇਹ ਸਾਰੀ ਖੇਡ ਦੇ ਵਿੱਚ ਇਸ ਤਰ੍ਹਾਂ ਕਹਿ ਲਓ ਕਿ ਜਿਵੇਂ ਪੂਰੇ ਮਸਤ ਹੋ ਜਾਂਦੇ। ਜਿਵੇਂ ਬੱਚਾ ਹੈਗਾ
ਉਹ ਆਪਣੀ ਮਾਂ ਦੀ ਗੋਦ ਦੇ ਵਿੱਚ ਜਦੋਂ ਕਿਸੇ ਆਨੰਦ ਦੇ ਵਿੱਚ, ਕਿਸੇ ਲੋਰੀ ਦੇ ਵਿੱਚ, ਕਿਸੇ ਰਸ, ਕਿਸੇ ਸਵਾਦ ਦੇ ਵਿੱਚ ਸੌਂ ਜਾਂਦਾ ਹੈਗਾ। ਇਸ ਤਰ੍ਹਾਂ ਰੱਬ ਦੇ ਭਗਤ ਉਸ ਟਾਈਮ ਵਾਹਿਗੁਰੂ ਦੀ ਗੋਦ ਦੇ ਵਿੱਚ, ਆਨੰਦ ਦੇ ਵਿੱਚ, ਲੋਰੀ ਦੇ ਵਿੱਚ ਸੌਂ ਜਾਂਦੇ ਆ। ਪਰ ਪਰਮੇਸ਼ਰ ਜੀ ਜਿਹੜੇ ਹੈ ਇਸ ਲੋਰੀ ਨੂੰ ਦੇਣ ਵਾਲੇ, ਉਹ ਹਮੇਸ਼ਾ ਜਾਗਤੇ ਰਹਿੰਦੇ ਆ, ਕਿਉਂਕਿ ਉਹ ਵਾਹਿਗੁਰੂ ਜੀ ਸਤਿਗੁਰ ਜਾਗਤਾ ਹੈ ਦੇਓ, ਪਰਮੇਸ਼ਰ ਜਾਗਦੇ ਰਹਿੰਦੇ ਆ। ਪਰ ਸਮਾਂ ਪਾ ਕੇ ਜਦੋਂ ਉਹ ਫਿਰ ਲੋਰੀ ਦੇ ਕੇ ਆਪਣੇ ਬੱਚਿਆਂ ਨੂੰ ਜਿਵੇਂ ਮਾਂ ਉਠਾਉਂਦੀ ਆ, ਜਦ ਉਹ ਬੱਚੇ ਉੱਠਦੇ ਆ, ਉੱਠਣ ਤੋਂ ਬਾਅਦ ਵਾਹਿਗੁਰੂ ਜੀ ਜਿਹੜੇ ਹੈ ਉਹਨਾਂ ਨਾਲ ਲਾੜ ਲਟਾ ਕੇ ਮੁੜ ਕੇ ਫਿਰ ਇਹ ਜਿਹੜੀ ਜਗਤ ਰਚਨਾ ਇਹ ਸ਼ੁਰੂ ਕਰ ਦਿੰਦੇ ਆ। ਅਤੇ ਇਹ ਪਸਾਰਾ ਇਸੇ ਤਰ੍ਹਾਂ ਚੱਲਦਾ ਰਹਿੰਦਾ ਹੈਗਾ। ਇਸੇ ਕਰਕੇ ਜਪਜੀ ਸਾਹਿਬ ਦੇ ਅੰਦਰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇਸ ਨੂੰ ਸਾਨੂੰ ਸਮਝਾਉਣ ਦੀ ਕੋਸ਼ਿਸ਼ ਦੇ ਵਿੱਚ ਦੱਸਿਆ ਹੈ ਕਿ ਵਾਹਿਗੁਰੂ ਆਦਿ ਸੱਚ ਹੈ, ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਉਹ ਹੁਣ ਵੀ ਹੈ, ਗਾਹਾਂ ਵੀ ਰਹੇਗਾ। ਪਰਮੇਸ਼ਰ ਇਹ ਸਾਰੀ ਖੇਡ ਤਮਾਸ਼ਾ ਉਹਦਾ ਹੈਗਾ। ਇਸ ਕਰਕੇ ਵਾਹਿਗੁਰੂ ਜੀ ਅਤ ਸ਼ੂਕਮ ਹੋਣ ਦੇ ਬਾਵਜੂਦ ਵੀ ਆਪਣੀ ਖੇਡ ਇਸੇ ਤਰ੍ਹਾਂ ਖੇਡਦੇ ਆ। ਆਪਣੇ ਗੁਰਮੁਖਾਂ ਨੂੰ ਉਹ ਸ਼ਕਤੀ ਲਾੜ ਲਡਾਉਂਦੀ ਆ, ਅਤੇ ਇਸ ਲਡਾਉਣ ਤੋਂ ਬਾਅਦ ਇਹ ਸਾਰੀ ਜਿਹੜੀ ਜਗਤ ਦੀ ਖੇਡ ਤਮਾਸ਼ਾ ਹੈਗਾ ਆਪਣੇ ਗੁਰਮੁਖਾਂ ਨੂੰ ਉਹ ਤੋਂ ਜਾਣੂ ਕਰਾਉਂਦੀ ਆ। ਅਤੇ ਗੁਰਮੁਖ ਵਾਹਿਗੁਰੂ ਜੀ ਤੋਂ ਸਦਕੇ ਹੁੰਦੇ, ਅਤੇ ਵਾਹਿਗੁਰੂ ਜੀ ਆਪਣੇ ਪਿਆਰੇ ਗੁਰਮੁਖਾਂ ਦੇ ਉੱਤੇ ਹਮੇਸ਼ਾ ਸਦਕੇ ਰਹਿੰਦੇ ਆ। ਸੋ ਇੰਨੇ ਕੁ ਬਚਨ ਕਰਦਾ ਹੋਇਆ ਦਾਸ ਖੇਮਾਂ ਦਾ ਜਾਚਕ ਹੈ ਜੀ, ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾਂ ਬਖਸ਼ਣੀ। ਸੋ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।